ਹੈਲੋ एवरीवन। ਮੈਨੂੰ ਉਮੀਦ ਹੈ ਕਿ ਤੁਸੀਂ ਸਭ ਠੀਕ ਹੋਵੋਗੇ। ਅੱਜ ਦੀ ਜੋ ਆਪਣੀ ਵੀਡੀਓ ਉਹ ਹੈ ਇਨਫੋਰਮਲ ਐਜੂਕੇਸ਼ਨ। ਕਾਫੀ ਟਾਈਮ ਤੋਂ ਬਾਅਦ ਵੀਡੀਓ ਨੋਟਸ ਦੀ ਜੋ ਵੀਡੀਓ ਉਹਨਾਂ ਨੂੰ ਅਪਲੋਡ ਕੀਤਾ ਜਾ ਰਿਹਾ ਕਿਉਂਕਿ ਟਾਈਮ ਦੀ ਸ਼ੋਰਟੇਜ ਹੋਣ ਦੇ ਕਾਰਨ ਵੀਡੀਓ ਨੂੰ ਜਲਦੀ ਅਪਲੋਡ ਨਹੀਂ ਕੀਤਾ ਜਾ ਪਾ ਰਿਹਾ। ਅੱਜ ਦਾ ਆਪਣਾ ਟੌਪਿਕ ਹੈ ਜੋ ਉਹਨੂੰ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਇੰਟਰੋਡਕਸ਼ਨ। एग्जाम ਨੂੰ ਲਿਖਣ ਦਾ ਤਰੀਕਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਹੈ ਕਿ ਜਦੋਂ ਵੀ ਕੋਈ ਕੁਐਸਚਨ ਤੁਹਾਨੂੰ एग्जाम ਦੇ ਵਿੱਚ ਤੁਸੀਂ ਉਹਦਾ ਆਨਸਰ ਦੇਣਾ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਤੋਂ ਸਟਾਰਟ ਕਰਨਾ, ਉਸ ਤੋਂ ਬਾਅਦ ਉਹਦਾ ਮੀਨਿੰਗ ਦੇਣਾ ਹੈ, ਫਿਰ ਤੁਸੀਂ ਡੈਫੀਨੇਸ਼ਨ ਦੇਣੀ ਹੈ, ਉਸ ਤੋਂ ਬਾਅਦ ਜੋ ਪੁੱਛਿਆ ਗਿਆ ਹੈ ਤੁਹਾਨੂੰ ਕੁਐਸਚਨ ਦੇ ਵਿੱਚ ਉਹਦੇ ਬਾਰੇ ਦੇ ਵਿੱਚ ਤੁਸੀਂ ਆਨਸਰ ਦਿਓਗੇ ਤੇ ਐਂਡ ਤੇ ਜਾ ਕੇ ਤੁਸੀਂ ਜਿਹੜਾ ਫਾਈਨਲ ਥਾਟ ਹੈ ਉਹ ਲਿਖੋਗੇ। ਤਾਂ ਸਟਾਰਟ ਕਰਦੇ ਹਾਂ ਇੰਟਰੋਡਕਸ਼ਨ। ਸਿੱਖਿਆ ਸਕੂਲ ਦੀ ਚਾਰਦੀਵਾਰੀ ਦੇ ਅੰਦਰ ਹੋਣ ਵਾਲੀ ਪੜ੍ਹਾਈ ਤੋਂ ਵੀ ਜ਼ਿਆਦਾ ਹੋਰ ਬਹੁਤ ਕੁਝ ਹੈ। ਸਿੱਖਿਆ ਸਕੂਲ ਜਾਣ ਨਾਲੋਂ ਕਿਤੇ ਅਧਿਕ ਵਿਆਪਕ ਹੈ ਅਤੇ ਆਪਣੇ ਵਿੱਚ ਬਹੁਤ ਕੁਝ ਸ਼ਾਮਲ ਕਰਦੀ ਹੈ। ਐਜੂਕੇਸ਼ਨ ਸ਼ਬਦ ਦੀ ਉਤਪਤੀ ਲਤੀਨੀ ਭਾਸ਼ਾ ਦੇ ਸ਼ਬਦ ਐਡਕੋ ਤੋਂ ਹੋਈ ਹੈ। ਇਹ ਦੋ ਸ਼ਬਦਾਂ ਈ ਅਤੇ ਡੁੱਕੋ ਤੋਂ ਬਣਿਆ ਹੋਇਆ ਹੈ। ਈ ਦਾ ਅਰਥ ਹੈ ਅੰਦਰ ਤੋਂ ਅਤੇ ਡੁੱਕੋ ਦਾ ਅਰਥ ਹੈ ਅੰਦਰ ਤੋਂ ਵਿਕਾਸ। ਸਿੱਖਿਆ ਦੇ ਮੁੱਖ ਤੌਰ 'ਤੇ 3 ਪ੍ਰਕਾਰ ਹਨ: ਰਸਮੀ ਸਿੱਖਿਆ, ਗੈਰ ਰਸਮੀ ਸਿੱਖਿਆ, ਅੰਸ਼ ਰਸਮੀ ਸਿੱਖਿਆ। ਅਤੇ ਨਾਲ ਹੀ ਇਹਦੇ ਨਾਲ ਇੱਕ ਜਿਹੜੀ ਡਾਇਗਰਾਮ ਬਣੀ ਹੋਈ ਹੈ। ਇਹ ਜਿਹੜੀ ਇੰਟਰੋਡਕਸ਼ਨ ਹੈ ਇਹ ਸੇਮ ਹੀ ਹੈ ਜੋ ਆਪਾਂ ਫਾਰਮਲ ਐਜੂਕੇਸ਼ਨ ਦੇ ਨੋਟਸ ਦੇ ਵਿੱਚ ਵੀ ਆਪਾਂ ਜਿਹੜੀ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਸੀਗਾ। ਇਹ ਸੇਮ ਹੀ ਹੈ ਉਹ ਇੰਟਰੋਡਕਸ਼ਨ, ਕਿਉਂਕਿ ਤੁਸੀਂ ਫਾਰਮਲ ਐਜੂਕੇਸ਼ਨ ਹੈ, ਇਨਫਾਰਮਲ ਐਜੂਕੇਸ਼ਨ ਹੈ, ਨਾਨ ਫਾਰਮਲ ਐਜੂਕੇਸ਼ਨ ਹੈ, ਇਹਦੇ ਲਈ ਤੁਸੀਂ ਇਹ ਸੇਮ ਇੰਟਰੋਡਕਸ਼ਨ ਹੀ ਲਿਖ ਸਕਦੇ ਹੋ। ਜਿਹੜੇ ਬੱਚਿਆਂ ਨੇ ਤਾਂ ਪਹਿਲੀ ਵੀਡੀਓ ਦੇਖੀ ਹੋਈ ਹੈ ਠੀਕ ਹੈ, ਜਿਨ੍ਹਾਂ ਨੇ ਨਹੀਂ ਦੇਖੀ ਤਾਂ ਉਹ ਇਸ ਨੂੰ ਸੁਣ ਲੈਣ। ਜ਼ਰੂਰੀ ਨਹੀਂ ਹੈ ਸਿੱਖਿਆ ਉਹ ਹੈ ਜੋ ਸਿਰਫ ਸਕੂਲ ਦੀ ਚਾਰਦੀਵਾਰੀ ਦੇ ਵਿੱਚ ਦਿੱਤੀ ਜਾਂਦੀ, ਸਿਰਫ ਸਕੂਲ ਦੇ ਵਿੱਚ ਹੀ ਦਿੱਤੀ ਜਾਂਦੀ ਹੈ। ਸਿੱਖਿਆ ਸਕੂਲ ਤੋਂ ਬਾਹਰ ਵੀ ਆਪਣੇ ਆਂਢ ਗੁਆਂਢ ਤੋਂ, ਪਰਿਵਾਰ ਤੋਂ, ਕਿਸੇ ਵੀ ਆਲੇ ਦੁਆਲੇ ਤੋਂ ਜਿਹੜੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਤੇ ਇਹਦੀ ਜਿਹੜੀ ਉਤਪਤੀ ਐਜੂਕੇਸ਼ਨ ਸ਼ਬਦ ਦੀ ਹੈ ਲਤੀਨੀ ਭਾਸ਼ਾ ਤੋਂ ਹੋਈ ਹੈ। ਲਤੀਨੀ ਭਾਸ਼ਾ ਸ਼ਬਦ ਸੀ ਐਡਕੋ ਤੋਂ, ਅਤੇ ਇਹ ਦੋ ਸ਼ਬਦਾਂ ਤੋਂ ਬਣਿਆ ਈ ਅਤੇ ਡੁੱਕੋ। ਈ ਦਾ ਅਰਥ ਹੈ ਅੰਦਰ ਤੋਂ ਅਤੇ ਡੁੱਕੋ ਦਾ ਅਰਥ ਹੈ ਅੰਦਰ ਤੋਂ ਵਿਕਾਸ। ਮੇਨ ਹੈ ਇਹਦੇ ਵਿੱਚ ਕਿ ਇੱਕ ਵਿਅਕਤੀ ਦਾ ਅੰਦਰ ਤੋਂ ਵਿਕਾਸ ਕਿਹਾ ਜਾਂਦਾ ਹੈ ਕਿ ਇੱਕ ਵਿਅਕਤੀ ਜਨਮ ਦੇ ਟਾਈਮ ਹੀ ਉਹਦੇ ਵਿੱਚ ਜਿਹੜੀਆਂ ਅੰਦਰ ਵਿੱਚ ਜਿਹੜੀਆਂ ਉਹਦੇ ਸਿੱਖਣ ਦੀਆਂ ਜਿਹੜੀਆਂ ਸ਼ਕਤੀਆਂ ਹੁੰਦੀਆਂ ਉਹਦੇ 'ਚ ਪਹਿਲਾਂ ਹੀ ਗੁਣ ਹੁੰਦੇ ਨੇ। ਸਿੱਖਿਆ ਦੁਆਰਾ ਉਹਨਾਂ ਗੁਣਾਂ ਦਾ ਵਿਕਾਸ ਕੀਤਾ ਜਾਂਦਾ। ਅੰਦਰ ਤੋਂ ਅੰਦਰਲੇ ਜਿਹੜੇ ਗੁਣ ਹੁੰਦੇ ਸਿੱਖਿਆ ਰਾਹੀਂ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਅਤੇ ਸਿੱਖਿਆ 3 ਪ੍ਰਕਾਰ ਦੀ ਹੈ: ਰਸਮੀ ਸਿੱਖਿਆ, ਗੈਰ ਰਸਮੀ ਸਿੱਖਿਆ ਅਤੇ ਅੰਸ਼ ਰਸਮੀ ਸਿੱਖਿਆ। ਰਸਮੀ ਸਿੱਖਿਆ ਦੇ ਬਾਰੇ ਦੇ ਵਿੱਚ ਫਾਰਮਲ ਐਜੂਕੇਸ਼ਨ ਦੇ ਬਾਰੇ ਵਿੱਚ ਪਹਿਲਾਂ ਜਿਹੜੀ ਇੱਕ ਵੀਡੀਓ ਦੇ ਜਿਹੜੇ ਨੋਟਸ ਹੈ ਉਹਨਾਂ ਨੂੰ ਅਪਲੋਡ ਕਰ ਦਿੱਤਾ ਗਿਆ ਸੀ। ਅੱਜ ਆਪਾਂ ਗੱਲ ਕਰਦੇ ਹਾਂ ਗੈਰ ਰਸਮੀ ਸਿੱਖਿਆ ਦੀ, ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਅੰਸ਼ ਰਸਮੀ ਸਿੱਖਿਆ ਦੀ। ਇਹਦਾ ਤੁਸੀਂ ਡਾਇਗਰਾਮ ਐਗਜ਼ਾਮ 'ਚ ਬਣਾ ਦਿਓ। ਉਸ ਤੋਂ ਅੱਗੇ ਹੈ ਮੀਨਿੰਗ। ਗੈਰ ਰਸਮੀ ਸਿੱਖਿਆ ਵਿੱਚ ਵਿਵਹਾਰ ਦਾ ਸੁਧਾਰ ਬਿਨਾਂ ਕਿਸੇ ਸੁਚੇਤ ਯਤਨ ਦੇ ਸਹਿਜ ਰੂਪ ਨਾਲ ਹੁੰਦਾ ਹੈ। ਇਸ ਵਿੱਚ ਅਧਿਆਪਕ ਅਤੇ ਵਿਦਿਆਰਥੀ ਦੋਨੋਂ ਹੀ ਸਿੱਖਿਆ ਪ੍ਰਕਿਰਿਆ ਦੇ ਪ੍ਰਤੀ ਸੁਚੇਤ ਨਹੀਂ ਹੁੰਦੇ। ਗੈਰ ਰਸਮੀ ਸਿੱਖਿਆ ਅਚਨਚੇਤ ਹੁੰਦੀ ਹੈ, ਇਹ ਯੋਜਨਾਬੱਧ ਨਹੀਂ ਹੁੰਦੀ। ਅਸਲ ਵਿੱਚ ਅਜਿਹੀ ਸਿੱਖਿਆ ਕਿਸੇ ਖਾਸ ਸੰਸਥਾ ਵੱਲੋਂ ਨਹੀਂ ਦਿੱਤੀ ਜਾਂਦੀ। ਗੈਰ ਰਸਮੀ ਸਿੱਖਿਆ ਦੇ ਨਾਲ ਕੀ ਹੁੰਦਾ ਕਿ ਆਪਣੇ ਵਿਵਹਾਰ ਦੇ ਵਿੱਚ ਚੇਂਜ ਆਉਂਦਾ ਹੈ ਅਤੇ ਇਹ ਚੇਂਜ ਸੋਚ ਸਮਝ ਕੇ ਨਹੀਂ ਕੀਤਾ ਜਾਂਦਾ, ਇਹ ਸਹਿਜ ਰੂਪ ਦੇ ਨਾਲ ਹੀ ਹੋ ਜਾਂਦਾ ਹੈ। ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਅਧਿਆਪਕ ਅਤੇ ਵਿਦਿਆਰਥੀ ਦੋਨੋਂ ਇਸ ਪ੍ਰਕਿਰਿਆ ਦੇ ਪ੍ਰਤੀ ਸੁਚੇਤ ਨਹੀਂ ਹੁੰਦੇ। ਇਹ ਕੋਈ ਸਕੂਲ ਵਾਲੇ ਅਧਿਆਪਕ ਵਿਦਿਆਰਥੀ ਦੀ ਉਹ ਗੱਲ ਨਹੀਂ ਕਰ ਰਹੇ, ਇੱਥੇ ਉਹ ਗੱਲ ਕਰ ਰਹੇ ਆ ਕਿ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਕਿਸੇ ਦੂਸਰੇ ਨੂੰ ਕੁਝ ਦੱਸ ਰਿਹਾ ਹੈ ਤਾਂ ਇਹਦੇ ਵਿੱਚ ਇਹ ਜਿਹੜਾ ਦੱਸ ਰਿਹਾ ਉਹ ਤਾਂ ਅਧਿਆਪਕ ਹੈ ਅਤੇ ਜਿਹੜਾ ਸੁਣ ਰਿਹਾ ਹੈ ਉਹ ਵਿਦਿਆਰਥੀ ਹੈ। ਉਹਨਾਂ ਦੇ ਲਈ ਇਹਨਾਂ ਨੇ ਅਧਿਆਪਕ ਅਤੇ ਵਿਦਿਆਰਥੀ ਜਿਹੜਾ ਸ਼ਬਦ ਵਰਤਿਆ ਕਿ ਉਹ ਸਿੱਖਿਆ ਦੇ ਪ੍ਰਤੀ ਪ੍ਰਕਿਰਿਆ ਦੇ ਪ੍ਰਤੀ ਸੁਚੇਤ ਨਹੀਂ ਹੁੰਦੇ। ਫੋਰ ਐਗਜ਼ਾਮਪਲ ਕੋਈ ਵੀ ਦੋ ਵਿਅਕਤੀ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਤਾਂ ਇੱਕ ਜਿਹੜਾ ਦੱਸ ਰਿਹਾ ਉਹ ਇਹ ਤਾਂ ਹੈ ਨਹੀਂ ਗਾ ਕਿ ਉਹ ਸਕੂਲ ਦੇ ਵਿੱਚ ਦੱਸ ਰਿਹਾ ਜਾ ਕੇ, ਉਹ ਅਧਿਆਪਕ ਹੈ ਇੱਕ ਅਤੇ ਬੱਚੇ ਉਹਨੂੰ ਸੁਣ ਰਹੇ ਆ। ਇੱਦਾਂ ਨਹੀਂ, ਕੋਈ ਵੀ ਇੱਕ ਹੀ ਉਮਰ ਦੇ ਜਿਹੜੇ ਵਿਅਕਤੀ ਆਪਸ ਦੇ ਵਿੱਚ ਗੱਲ ਕਰ ਰਹੇ ਨੇ, ਜਿਹੜਾ ਦੱਸ ਰਿਹਾ ਉਹ ਅਧਿਆਪਕ ਹੈ, ਜਿਹੜਾ ਸੁਣ ਰਿਹਾ ਉਹ ਵਿਦਿਆਰਥੀ ਉਹਨਾਂ ਨੇ ਲਿਆ ਹੈ। ਇਹ ਜਿਹੜੀ ਸਿੱਖਿਆ ਅਚਨਚੇਤ ਹੁੰਦੀ ਹੈ, ਕੋਈ ਸੋਚ ਸਮਝ ਕੇ ਨਹੀਂ ਦਿੱਤੀ ਜਾਂਦੀ, ਨਾ ਹੀ ਇਹਦੇ ਲਈ ਕੋਈ ਯੋਜਨਾ ਹੁੰਦੀ ਹੈ ਅਤੇ ਨਾ ਹੀ ਇਹ ਕਿਸੇ ਸੰਸਥਾ ਦੇ ਦੁਆਰਾ ਦਿੱਤੀ ਜਾਂਦੀ, ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀ, ਇਹਨਾਂ ਦੇ ਦੁਆਰਾ ਵੀ ਇਹ ਸਿੱਖਿਆ ਨਹੀਂ ਦਿੱਤੀ ਜਾਂਦੀ। ਐਗਜ਼ਾਮਪਲ ਹੈ, ਇੱਕ ਵਿਅਕਤੀ ਕੁਝ ਖਰੀਦਣ ਲਈ ਬਾਜ਼ਾਰ ਜਾਂਦਾ ਹੈ, ਉੱਥੇ ਉਸ ਦੀ ਮੁਲਾਕਾਤ ਇੱਕ ਅਜਨਬੀ ਨਾਲ ਹੋ ਜਾਂਦੀ ਹੈ।
ਉਹ ਅਜਨਬੀ ਉਹਨਾਂ ਨੂੰ ਗੱਲਾਂ ਵਿੱਚ ਸੜਕ ਦੇ ਨਿਯਮ ਦੱਸਦਾ ਹੈ। ਇੱਕ ਵਿਅਕਤੀ ਕੁਝ ਬਾਜ਼ਾਰ ਦੇ ਵਿੱਚ ਜਾਂਦਾ ਹੈ, ਉੱਥੇ ਇੱਕ ਉਹਨੂੰ ਵਿਅਕਤੀ ਮਿਲ ਜਾਂਦਾ ਜਿਹਨੂੰ ਕਿ ਉਹ ਜਾਣਦਾ ਵੀ ਨਹੀਂ ਹੁੰਦਾ, ਉਹ ਗੱਲਾਂ ਕਰਨ ਲੱਗ ਜਾਂਦੇ ਆਪਸ ਦੇ ਵਿੱਚ, ਅਤੇ ਇੱਕ ਵਿਅਕਤੀ ਉਹਨੂੰ ਜਿਹੜਾ ਹੈ ਸੜਕ ਦੇ ਨਿਯਮ ਦੱਸਣ ਲੱਗ ਜਾਂਦਾ ਹੈ। ਤਾਂ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? ਗੈਰ ਰਸਮੀ ਸਿੱਖਿਆ, ਕਿ ਦੂਸਰੇ ਵਿਅਕਤੀ ਨੂੰ ਉਹਦੇ ਨਾਲ ਸਿੱਖਿਆ ਮਿਲ ਰਹੀ ਹੈ, ਸ਼ਾਇਦ ਉਹਨੂੰ ਉਸ ਦੇ ਬਾਰੇ ਦੇ ਵਿੱਚ ਨਾ ਪਤਾ ਹੋਵੇ ਜਿਹਨੂੰ ਉਹ ਦੱਸ ਰਿਹਾ, ਤਾਂ ਉਹਦੀ ਜਿਹੜੀ ਸਿੱਖਿਆ ਦੇ ਵਿੱਚ, ਉਹਦੇ ਦਿਮਾਗ ਦੇ ਵਿੱਚ ਵਾਧਾ ਹੋਇਆ, ਤਾਂ ਇਹ ਕੀ ਹੈ? ਗੈਰ ਰਸਮੀ ਸਿੱਖਿਆ। ਇਸ ਉਦਾਹਰਨ ਵਿੱਚ ਰਸਮੀ ਸਿੱਖਿਆ ਦਾ ਪੂਰਨ ਆਯੋਜਨ ਨਹੀਂ ਹੈ, ਸਗੋਂ ਸਿੱਖਿਆ ਸਹਿਜ ਰੂਪ ਨਾਲ ਪ੍ਰਦਾਨ ਕੀਤੀ ਗਈ ਹੈ। ਇਹ ਜਿਹੜੀ ਸਿੱਖਿਆ ਇਹਦਾ ਕੋਈ ਵੀ ਆਯੋਜਨ ਨਹੀਂ ਕੀਤਾ ਗਿਆ, ਇਹ ਸਹਿਜ ਰੂਪ ਨਾਲ ਹੀ ਪ੍ਰਦਾਨ ਕੀਤੀ ਗਈ ਹੈ। ਗੈਰ ਰਸਮੀ ਸਿੱਖਿਆ ਵਿਅਕਤੀ ਜਨਮ ਤੋਂ ਲੈ ਕੇ ਮੌਤ ਤੱਕ ਪ੍ਰਾਪਤ ਕਰਦਾ ਰਹਿੰਦਾ ਹੈ। ਇਹ ਜਿਹੜੀ ਸਿੱਖਿਆ ਇੱਕ ਵਿਅਕਤੀ ਜਨਮ ਤੋਂ ਲੈ ਕੇ, ਜਦੋਂ ਇੱਕ ਬੱਚਾ ਜਨਮ ਲੈਂਦਾ ਉਦੋਂ ਤੱਕ, ਅਤੇ ਬੁਢਾਪੇ ਵਿੱਚ ਉਹਦੀ ਮੌਤ ਤੱਕ ਉਹ ਕੁਝ ਨਾ ਕੁਝ ਸਿੱਖਦਾ ਹੀ ਰਹਿੰਦਾ ਹੈ। ਉਸ ਤੋਂ ਅੱਗੇ ਦੀਆਂ ਪਰਿਭਾਸ਼ਾਵਾਂ ਨੇ। ਮੈਕੈਨਜੀ ਦਾ ਵਿਚਾਰ: ਗੈਰ ਰਸਮੀ ਸਿੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਜੀਵਨ ਭਰ ਚੱਲਦੀ ਹੈ ਅਤੇ ਜੀਵਨ ਦੇ ਹਰੇਕ ਅਨੁਭਵ ਨਾਲ ਉਸ ਵਿੱਚ ਵਾਧਾ ਹੁੰਦਾ ਹੈ। ਜਿਹੜੀ ਗੈਰ ਰਸਮੀ ਸਿੱਖਿਆ ਉਹ ਸਾਰੀ ਜ਼ਿੰਦਗੀ ਚੱਲਦੀ ਰਹਿੰਦੀ ਹੈ, ਅਤੇ ਜ਼ਿੰਦਗੀ ਦੇ ਵਿੱਚ ਕੋਈ ਵੀ ਆਪਾਂ ਕੰਮ ਕਰਦੇ ਹਾਂ, ਆਪਾਂ ਨੂੰ ਅਨੁਭਵ ਹੁੰਦਾ ਹੈ, ਤਾਂ ਉਹਦੇ ਨਾਲ ਸਾਨੂੰ ਜਿਹੜੀ ਗੈਰ ਰਸਮੀ ਸਿੱਖਿਆ ਉਹ ਮਿਲਦੀ ਰਹਿੰਦੀ ਹੈ। ਉਸ ਤੋਂ ਅਗਲੀ ਹੈ ਜੀ ਡਮਵਾਈਲ ਦਾ ਵਿਚਾਰ: ਵਿਸ਼ਾਲ ਅਰਥਾਂ ਵਿੱਚ ਸਿੱਖਿਆ ਦੇ ਅੰਤਰਗਤ ਉਹ ਸਾਰੇ ਪ੍ਰਭਾਵ ਆਉਂਦੇ ਹਨ ਜੋ ਵਿਅਕਤੀ ਦੇ ਜੀਵਨ ਵਿੱਚ ਜਨਮ ਤੋਂ ਸ਼ਮਸ਼ਾਨ ਤੱਕ ਵਾਪਰਦੇ ਰਹਿੰਦੇ ਹੈ। ਇਹ ਵੀ ਸੇਮ ਹੀ ਹੈਗੀ ਹੈ ਪਰਿਭਾਸ਼ਾ। ਉਹ ਸਾਰੇ ਚੀਜ਼ਾਂ ਦੀ ਉਹਨੇ ਗੱਲ ਕੀਤੀ ਹੈ ਜੋ ਵਿਅਕਤੀ ਆਪਣੇ ਜੀਵਨ ਦੇ ਵਿੱਚ ਜਨਮ ਤੋਂ ਲੈ ਕੇ ਸ਼ਮਸ਼ਾਨ ਮਤਲਬ ਦੀ ਮੌਤ ਤੱਕ ਸਿੱਖਦਾ ਰਹਿੰਦਾ ਹੈ, ਠੀਕ ਹੈ, ਉਹਦੇ ਨਾਲ ਵਾਪਰਦੇ ਰਹਿੰਦੇ ਨੇ। ਤਾਂ ਇਹ ਕੀ ਹੈ? ਗੈਰ ਰਸਮੀ ਸਿੱਖਿਆ। ਉਸ ਤੋਂ ਅੱਗੇ ਨੇ ਵਿਸ਼ੇਸ਼ਤਾਵਾਂ। ਇਸ ਦਾ ਖੇਤਰ ਬਹੁਤ ਵਿਸ਼ਾਲ ਹੈ। ਇਹ ਸਿੱਖਿਆ ਦੇ ਲਈ ਕੋਈ ਸਿਲੇਬਸ ਨਿਰਧਾਰਤ ਨਹੀਂ ਹੁੰਦਾ ਹੈ। ਇਹ ਗੈਰ ਰਸਮੀ ਸਿੱਖਿਆ ਕਿਸੇ ਵੀ ਵਿਅਕਤੀ ਦੇ ਦੁਆਰਾ ਦੂਸਰੇ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ। ਇੱਕ ਵਿਅਕਤੀ ਦੁਆਰਾ ਦਿੱਤੀ ਜਾਣ ਵਾਲੀ ਸਿੱਖਿਆ ਕਿਸੇ ਵੀ ਗਿਆਨ ਨਾਲ ਸੰਬੰਧਿਤ ਹੋ ਸਕਦੀ ਹੈ। ਇਹ ਸਿੱਖਿਆ ਸੀਮਿਤ ਨਹੀਂ ਹੁੰਦੀ, ਇਹ ਵਿਆਪਕ ਹੁੰਦੀ ਹੈ। ਇਸ ਦਾ ਕੋਈ ਨਿਸ਼ਚਿਤ ਪਾਠਕ੍ਰਮ ਨਹੀਂ ਹੁੰਦਾ, ਇਸ ਦਾ ਕੋਈ ਵੀ ਸਿਲੇਬਸ ਨਹੀਂ ਹੁੰਦਾ, ਕੋਈ ਨਿਸ਼ਚਿਤ ਪਾਠਕ੍ਰਮ ਨਹੀਂ ਹੁੰਦਾ ਕਿ ਇਹੀ ਜਿਹੜੀ ਤੁਸੀਂ ਸਿੱਖਿਆ ਪ੍ਰਾਪਤ ਕਰਨੀ ਹੈ। ਇਹ ਸਿੱਖਿਆ ਕਿਸੇ ਵੀ ਵਿਸ਼ੇ ਦੇ ਨਾਲ ਸੰਬੰਧਿਤ ਹੋ ਸਕਦੀ ਹੈ, ਇਹ ਕੋਈ ਵੀ ਸਿੱਖਿਆ ਜਿਹੜੀ ਹੋ ਸਕਦੀ ਹੈ। ਇਹ ਸਿੱਖਿਆ ਜਿਹੜੀ ਇੱਕ ਵਿਅਕਤੀ ਦਾ ਦੂਸਰੇ ਵਿਅਕਤੀ ਨੂੰ ਕਦੋਂ ਵੀ ਦਿੱਤੀ ਜਾ ਸਕਦੀ ਹੈ, ਕਿਸੇ ਵੀ ਟੌਪਿਕ 'ਤੇ ਸਿੱਖਿਆ ਦਿੱਤੀ ਜਾ ਸਕਦੀ ਹੈ। ਨੈਕਸਟ ਹੈ ਜੀ, ਇਸ ਦੇ ਕੋਈ ਸਮਾਂ ਸੀਮਾ ਨਹੀਂ ਹੁੰਦੀ। ਇਹ ਗੈਰ ਰਸਮੀ ਸਿੱਖਿਆ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ। ਜਦੋਂ ਬੱਚਾ ਜਨਮ ਲੈ ਲੈਂਦਾ ਹੈ ਉਦੋਂ ਤੋਂ ਇਸ ਸਿੱਖਿਆ ਦੀ ਸ਼ੁਰੂਆਤ ਹੋ ਜਾਂਦੀ ਹੈ। ਇਹ ਸਿੱਖਿਆ ਬੱਚਾ ਬੁੱਢਾ ਹੋਣ ਤੱਕ ਪ੍ਰਾਪਤ ਕਰਦਾ ਰਹਿੰਦਾ ਹੈ। ਦਿਨ ਪ੍ਰਤੀ ਦਿਨ ਹਰ ਬੱਚਾ ਵਿਅਕਤੀ, ਚਾਹੇ ਉਸ ਦੀ ਉਮਰ ਕਿੰਨੀ ਵੀ ਹੋਵੇ, ਇਸ ਗੈਰ ਰਸਮੀ ਸਿੱਖਿਆ ਨੂੰ ਪ੍ਰਾਪਤ ਕਰਦਾ ਰਹਿੰਦਾ ਹੈ। ਇਹ ਸਿੱਖਿਆ ਲਈ ਕੋਈ ਨਿਰਧਾਰਤ ਸਮਾਂ ਨਹੀਂ ਹੈ। ਇਸ ਸਿੱਖਿਆ ਦਾ ਕੋਈ ਵੀ ਨਿਰਧਾਰਤ ਸਮਾਂ ਨਹੀਂ ਹੁੰਦਾ। ਜਿਵੇਂ ਕਿ ਸਕੂਲ ਕਾਲਜ ਦੇ ਵਿੱਚ ਤਾਂ ਬੱਚੇ ਜਾਂਦੇ ਆ, ਉੱਥੇ ਦਾ ਟਾਈਮ ਹੁੰਦਾ ਕਿ 9 ਤੋਂ ਲੈ ਕੇ 3 ਵਜੇ ਤੱਕ ਤੁਹਾਨੂੰ ਜਿਹੜੀ ਸਿੱਖਿਆ ਦਿੱਤੀ ਜਾਵੇਗੀ, ਪਰ ਉਹ ਰਸਮੀ ਸਿੱਖਿਆ ਉਹ, ਕਿਉਂਕਿ ਉਹਦੇ ਲਈ ਸਮਾਂ ਨਿਰਧਾਰਤ ਹੈ। ਪਰ ਗੈਰ ਰਸਮੀ ਸਿੱਖਿਆ ਦਾ ਕੋਈ ਵੀ ਸਮਾਂ ਨਹੀਂ ਹੈਗਾ। ਇਹ ਦਿਨ ਦੇ ਟਾਈਮ ਜਾਂ ਰਾਤ ਦੇ ਟਾਈਮ ਪ੍ਰਾਪਤ ਕੀਤੀ ਜਾਂਦੀ, ਸ਼ਾਮ ਦੇ ਟਾਈਮ ਪ੍ਰਾਪਤ ਕੀਤੀ ਜਾ ਸਕਦੀ ਹੈ, ਦੁਪਹਿਰ ਦੇ ਟਾਈਮ ਪ੍ਰਾਪਤ ਕੀਤੀ ਜਾ ਸਕਦੀ ਹੈ। ਅਤੇ ਇਹ ਜਿਹੜੀ ਸਿੱਖਿਆ ਹੈ ਹਰ ਉਮਰ ਦਾ ਵਿਅਕਤੀ ਉਹਨੂੰ ਪ੍ਰਾਪਤ ਕਰ ਸਕਦਾ, ਭਾਵੇਂ ਉਹ ਬੱਚਾ ਹੈ, ਭਾਵੇਂ ਉਹ ਉਹਦੀ ਉਮਰ ਨੌਜਵਾਨ ਹੈ, ਉਹ ਭਾਵੇਂ ਉਹ ਬੁਢਾਪਾ ਹੈ, ਕੋਈ ਵਿਅਕਤੀ ਬੁਢਾਪੇ ਵਿੱਚ ਉਹ ਵੀ ਸਿੱਖਿਆ ਜਿਹੜੀ ਪ੍ਰਾਪਤ ਕਰਦਾ ਰਹਿੰਦਾ ਹੈ, ਕਿਉਂਕਿ ਇਹਦੀ ਜਿਹੜੀ ਕੋਈ ਵੀ ਜਿਹੜੇ ਇਹਦਾ ਸਮਾਂ ਨਹੀਂ ਹੁੰਦਾ। ਨਾ ਹੀ ਇਹਨੂੰ ਪ੍ਰਾਪਤ ਕਰਨ ਦਾ ਕੋਈ ਸਮਾਂ ਹੁੰਦਾ ਹੈ, ਅਤੇ ਨਾ ਹੀ ਇਹਨੂੰ ਉਮਰ ਨੂੰ ਲੈ ਕੇ ਕੋਈ ਪਾਬੰਦੀ ਹੁੰਦੀ ਹੈ ਕਿ ਇਸ ਉਮਰ ਤੋਂ ਬਾਅਦ ਸਿੱਖਿਆ ਪ੍ਰਾਪਤ ਨਹੀਂ ਕਰ ਸਕਦਾ। ਇਹ ਜਿਹੜੀ ਸਿੱਖਿਆ ਸਾਰੀ ਉਮਰ ਹੀ ਚੱਲਦੀ ਰਹਿੰਦੀ ਹੈ। ਉਸ ਤੋਂ ਅਗਲਾ ਪੁਆਇੰਟ ਹੈ, ਇਸ ਸਿੱਖਿਆ ਲਈ ਦਾਖਲੇ ਦੀ ਜ਼ਰੂਰਤ ਨਹੀਂ। ਰਸਮੀ ਸਿੱਖਿਆ ਦੇ ਲਈ ਤਾਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈਣਾ ਪੈਂਦਾ ਹੈ, ਪਰ ਗੈਰ ਰਸਮੀ ਸਿੱਖਿਆ ਲਈ ਕਿਸੇ ਵੀ ਸੰਸਥਾ ਵਿੱਚ ਦਾਖਲੇ ਦੀ ਜ਼ਰੂਰਤ ਨਹੀਂ ਹੈ। ਇਹ ਸਿੱਖਿਆ ਤੁਹਾਨੂੰ ਕਿਤੋਂ ਵੀ ਪ੍ਰਾਪਤ ਹੋ ਸਕਦੀ ਹੈ। ਇਹ ਜਿਹੜੀ ਸਿੱਖਿਆ ਇਹਦੇ ਲਈ ਤੁਹਾਨੂੰ ਐਡਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਕਿਤੇ ਵੀ ਦਾਖਲਾ ਲੈਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਸਿੱਖਿਆ ਤੁਸੀਂ ਕਿਤੋਂ ਵੀ ਪ੍ਰਾਪਤ ਤੁਹਾਨੂੰ ਹੋ ਸਕਦੀ ਹੈ। ਜਦੋਂ ਵੀ ਇੱਕ ਵਿਅਕਤੀ ਜਾਂ ਤੁਹਾਡੇ ਦੋਸਤ, ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਮੰਮੀ ਪਾਪਾ ਜਾਂ ਤੁਹਾਡੇ ਦਾਦਾ ਦਾਦੀ ਸਿੱਖਿਆ ਦਿੰਦੇ ਆ, ਤਾਂ ਉਹ ਸਿੱਖਿਆ ਗੈਰ ਰਸਮੀ ਸਿੱਖਿਆ ਅਖਵਾਉਂਦੀ ਹੈ, ਜਿਹਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ, ਤੁਹਾਡੀ ਸੋਚ ਦੇ ਵਿੱਚ ਵਾਧਾ ਹੁੰਦਾ ਹੈ।
ਨੈਕਸਟ ਹੈ ਜੀ, ਇਹ ਸਿੱਖਿਆ ਅਚਨਚੇਤ ਹੁੰਦੀ ਹੈ। ਇਹ ਜੀਵਨ ਦੀਆਂ ਪ੍ਰਸਥਿਤੀਆਂ ਵਿੱਚ ਅਚਨਚੇਤ ਤੌਰ ਤੇ ਪ੍ਰਾਪਤ ਕੀਤੀ ਜਾਂਦੀ ਹੈ, ਜਿਵੇਂ ਪ੍ਰਸਾਰਣ ਸੁਣਨਾ, ਦੂਰਦਰਸ਼ਨ ਦੇਖਣਾ, ਸਮਾਚਾਰ ਪੱਤਰ ਪੜ੍ਹਨਾ ਆਦਿ। ਇਸ ਵਿੱਚ ਕੋਈ ਨਿਯੋਜਨ ਨਹੀਂ ਹੁੰਦਾ। ਇਹ ਸਿੱਖਿਆ ਅਚਨਚੇਤ ਹੀ ਪ੍ਰਾਪਤ ਕੀਤੀ ਜਾਂਦੀ ਹੈ ਕਿ ਇਹ ਆਪਾਂ ਨੂੰ ਅਚਨਚੇਤ ਹੀ ਮਿਲਦੀ ਹੈ। ਜਿਵੇਂ ਆਪਾਂ ਕੋਈ ਟੀਵੀ ਦੇਖ ਰਹੇ ਹਾਂ ਤਾਂ ਆਪਾਂ ਨੂੰ ਉੱਥੋਂ ਵੀ ਸਿੱਖਿਆ ਮਿਲਦੀ ਹੈ। ਆਪਾਂ ਅਖਬਾਰ ਪੜ੍ਹਦੇ ਹਾਂ, ਆਪਾਂ ਨੂੰ ਉੱਥੋਂ ਵੀ ਸਿੱਖਿਆ ਮਿਲਦੀ ਹੈ। ਜਾਂ ਆਪਣੇ ਕੋਈ ਆਪਾਂ ਆਵਾਜ਼ ਨੂੰ ਸੁਣ ਰਹੇ ਹਾਂ, ਕੋਈ ਸਪੀਕਰ ਚੱਲ ਰਿਹਾ ਹੈ, ਠੀਕ ਹੈ, ਉਹਦੇ ਵਿੱਚ ਕੋਈ ਬੋਲਿਆ ਜਾ ਰਿਹਾ, ਤਾਂ ਉਹ ਹੋ ਸਕਦਾ ਉਹ ਆਪਣੀ ਨੌਲੇਜ ਦੇ ਵਿੱਚ ਵਾਧਾ ਕਰੇ, ਤਾਂ ਠੀਕ ਹੈ, ਇਹ ਅਚਨਚੇਤ ਵੀ ਹੋ ਸਕਦੀ ਹੈ। ਤੁਸੀਂ ਬਾਜ਼ਾਰ ਜਾਂਦੇ ਹੋ, ਕਈ ਵਾਰੀ ਐਡਵਰਟਾਈਜ਼ਮੈਂਟ ਵਾਲੇ ਲੰਘਦੇ ਆ, ਹੈ ਨਾ, ਤਾਂ ਉਹ ਵੀ ਆਪਣੇ ਜਿਹੜੇ ਆਪਣੇ ਵਾਅਦਾ ਕਰਦੇ ਆ, ਆਪਣੇ ਨੂੰ ਨੌਲੇਜ ਦਿੰਦੇ ਆ। ਆਪਾਂ ਜਾ ਰਹੇ ਹਾਂ, ਇੱਕ ਹੋਰ ਐਗਜ਼ਾਮਪਲ, ਆਪਾਂ ਬਾਜ਼ਾਰ ਜਾ ਰਹੇ ਹਾਂ, ਕੋਈ ਫਲੈਕਸ ਬੋਰਡ ਲੱਗਾ ਹੋਇਆ ਹੈ, ਕੁਝ ਬਹੁਤ ਵਧੀਆ ਵਰਡਿੰਗ ਲਿਖੀ ਹੋਈ, ਤਾਂ ਉਹ ਵੀ ਆਪਾਂ ਪੜ੍ਹਦੇ ਹਾਂ, ਤਾਂ ਉੱਥੋਂ ਵੀ ਆਪਾਂ ਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ। ਇਹ ਅਚਨਚੇਤ ਹੁੰਦੀ ਹੈ। ਨੈਕਸਟ ਹੈ, ਗੈਰ ਰਸਮੀ ਸਿੱਖਿਆ ਪ੍ਰਾਪਤ ਕਰਨ ਦੀਆਂ ਅਨੇਕਾਂ ਏਜੰਸੀਆਂ ਹਨ। ਗੈਰ ਰਸਮੀ ਜਿਹੜੀ ਸਿੱਖਿਆ, ਇਹਨੂੰ ਆਪਾਂ ਕਈ ਤਰ੍ਹਾਂ ਦੇ ਨਾਲ ਪ੍ਰਾਪਤ ਕਰ ਸਕਦੇ। ਇਸ ਦੀਆਂ ਕਈ ਏਜੰਸੀਆਂ ਹਨ। ਇਹ ਸਿੱਖਿਆ ਵਿਅਕਤੀ, ਬੱਚਾ ਪਰਿਵਾਰ ਵਿੱਚੋਂ ਪ੍ਰਾਪਤ ਕਰਦਾ ਹੈ। ਇਸ ਤੋਂ ਇਲਾਵਾ ਇਹ ਸਿੱਖਿਆ ਰਿਸ਼ਤੇਦਾਰਾਂ, ਅਜਨਬੀਆਂ, ਖੇਡ ਦੇ ਮੈਦਾਨ ਵਿੱਚੋਂ, ਆਂਢ ਗੁਆਂਢ ਤੋਂ, ਆਲੇ ਦੁਆਲੇ ਤੋਂ ਪ੍ਰਾਪਤ ਕਰਦਾ ਹੈ। ਗੈਰ ਰਸਮੀ ਸਿੱਖਿਆ ਦੀਆਂ ਬਹੁਤ ਏਜੰਸੀਆਂ ਨੇ, ਇਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਗੈਰ ਰਸਮੀ ਸਿੱਖਿਆ ਜਿਹੜੀਆਂ ਹੁੰਦੀਆਂ ਏਜੰਸੀਆਂ, ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ, ਕਿਉਂਕਿ ਬਹੁਤ ਜ਼ਿਆਦਾ ਜਿਹੜੀਆਂ ਏਜੰਸੀਆਂ ਨੇ ਇਹਦੀਆਂ। ਆਪਾਂ ਬਹੁਤ ਮਤਲਬ ਕਿ ਅਲੱਗ-ਅਲੱਗ ਤਰ੍ਹਾਂ ਤੋਂ ਆਪਾਂ ਜਿਹੜੀ ਗੈਰ ਰਸਮੀ ਸਿੱਖਿਆ ਜਿਹੜੀ ਪ੍ਰਾਪਤ ਕਰ ਸਕਦੇ। ਜਿਵੇਂ ਆਪਣੇ ਪਰਿਵਾਰ ਤੋਂ ਸਿੱਖਿਆ ਪ੍ਰਾਪਤ ਹੁੰਦੀ ਹੈ, ਆਪਣੇ ਦੋਸਤਾਂ ਤੋਂ ਸਿੱਖਿਆ ਪ੍ਰਾਪਤ ਹੁੰਦੀ ਹੈ, ਆਪਾਂ ਖੇਡ ਦੇ ਮੈਦਾਨ ਦੇ ਵਿੱਚ ਖੇਡ ਰਹੇ ਹਾਂ, ਆਪਾਂ ਨੂੰ ਉੱਥੋਂ ਸਿੱਖਿਆ ਪ੍ਰਾਪਤ ਹੁੰਦੀ ਹੈ। ਜਾਂ ਆਪਣਾ ਕੋਈ ਆਂਢ ਗੁਆਂਢ ਹੈ, ਆਪਾਂ ਨੂੰ ਉੱਥੋਂ ਪ੍ਰਾਪਤ ਹੁੰਦੀ ਹੈ। ਕੋਈ ਅਜਨਬੀ ਹੈ, ਉੱਥੋਂ ਵੀ ਪ੍ਰਾਪਤ ਹੋ ਸਕਦੀ ਹੈ। ਟੀਵੀ ਤੋਂ ਪ੍ਰਾਪਤ ਹੋ ਸਕਦੀ ਹੈ, ਅਖਬਾਰ ਤੋਂ ਪ੍ਰਾਪਤ ਹੋ ਸਕਦੀ ਹੈ, ਆਪਾਂ ਬਾਜ਼ਾਰ ਦੇ ਵਿੱਚ ਜਾ ਰਹੇ ਹਾਂ, ਉੱਥੋਂ ਪ੍ਰਾਪਤ ਹੋ ਸਕਦੀ ਹੈ। ਤਾਂ ਇਹਦੇ ਲਈ ਵੀ ਕੋਈ ਵੀ ਜਿਹੜੀ ਲਿਮੀਟੇਸ਼ਨ ਨਹੀਂ ਹੈਗੀ ਕਿ ਸਿਰਫ ਇੱਥੋਂ ਹੀ ਗੈਰ ਰਸਮੀ ਸਿੱਖਿਆ ਪ੍ਰਾਪਤ ਆਪਾਂ ਕਰ ਸਕਦੇ ਹਾਂ। ਇਹਦੇ ਲਈ ਕੋਈ ਵੀ ਜਿਹੜਾ ਇਹ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਇਹ ਸਿੱਖਿਆ ਤੁਹਾਨੂੰ ਕਿਤੋਂ ਵੀ ਪ੍ਰਾਪਤ ਹੋ ਸਕਦੀ ਹੈ। ਕੋਈ ਵੀ ਜਿਹੜਾ ਨਿਸ਼ਚਿਤ ਇਹਦੇ ਲਈ ਪਾਠਕ੍ਰਮ ਨਹੀਂ ਹੈਗਾ। ਨੈਕਸਟ ਹੈ, ਗੈਰ ਰਸਮੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਕੋਈ ਪ੍ਰੀਖਿਆ ਨਹੀਂ ਹੁੰਦੀ। ਇਹ ਸਿੱਖਿਆ ਕਦੇ ਵੀ ਪੂਰਨ ਨਹੀਂ ਹੁੰਦੀ, ਇਸ ਲਈ ਇਸ ਦੀ ਕੋਈ ਪ੍ਰੀਖਿਆ ਨਹੀਂ ਹੋ ਸਕਦੀ। ਇਹ ਸਿੱਖਿਆ ਆਪਣਾ ਕੰਮ ਵਿਅਕਤੀ ਦੀ ਮੌਤ ਤੱਕ ਕਰਦੀ ਰਹਿੰਦੀ ਹੈ। ਇਹ ਸਿੱਖਿਆ ਸੁਭਾਵਿਕ ਹੁੰਦੀ ਹੈ, ਕਿਸੇ ਵੀ ਟਾਈਮ ਇਹ ਸਿੱਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਗੈਰ ਰਸਮੀ ਸਿੱਖਿਆ ਦਾ ਵਿਦਿਆਰਥੀ ਦਾ ਕੋਈ ਵੀ ਮਾਨਸਿਕ ਤਣਾਅ ਨਹੀਂ ਹੁੰਦਾ। ਜਦੋਂ ਐਗਜ਼ਾਮ ਨਹੀਂ ਹੋਣੇ ਤਾਂ ਫਿਰ ਕੋਈ ਵੀ ਮਾਨਸਿਕ ਤਣਾਅ ਬੱਚੇ 'ਤੇ ਹੋ ਨਹੀਂ ਸਕਦਾ। ਇਹ ਜਿਹੜੀ ਸਿੱਖਿਆ ਹੈ, ਇਹਦੇ ਲਈ ਕੋਈ ਵੀ ਟਾਈਮ ਨਹੀਂ ਹੈਗਾ ਕਿ ਤੁਸੀਂ 1 ਸਾਲ ਪ੍ਰਾਪਤ ਕਰਨੀ ਹੈ, 2 ਸਾਲ ਸਿਰਫ ਪ੍ਰਾਪਤ ਹੋਣੀ ਹੈ, ਉਸ ਤੋਂ 3 ਸਾਲ ਪ੍ਰਾਪਤ ਹੋਣੀ। ਇਹ ਜਿਹੜੀ ਸਿੱਖਿਆ ਕਦੇ ਵੀ ਪੂਰਨ ਨਹੀਂ ਹੁੰਦੀ ਹੈ। ਤੁਹਾਡੀ ਜਨਮ ਤੋਂ ਲੈ ਕੇ ਮੌਤ ਤੱਕ ਹੀ ਤੁਹਾਡੇ ਨਾਲ ਚੱਲਦੀ ਰਹਿੰਦੀ ਹੈ। ਅਤੇ ਜਦੋਂ ਵੀ ਤੁਸੀਂ ਇਹ ਸਿੱਖਿਆ ਪ੍ਰਾਪਤ ਕਰਦੇ ਹੋ ਤਾਂ ਇਸ ਤੋਂ ਬਾਅਦ ਜੇਕਰ ਕੋਈ ਵੀ ਨਵੀਂ ਤੁਸੀਂ ਗੱਲ ਸਿੱਖਦੇ ਹੋ, ਤੁਹਾਨੂੰ ਕੁਝ ਨਵਾਂ ਪਤਾ ਲੱਗਦਾ, ਅਤੇ ਇਹ ਨਹੀਂ ਹੈ ਕਿ ਉਸ ਤੋਂ ਬਾਅਦ ਤੁਹਾਡਾ ਪੇਪਰ ਹੁੰਦਾ ਹੈ। ਬਿਲਕੁਲ ਇਹਦੇ ਵਿੱਚ ਪੇਪਰ ਨਹੀਂ ਹੁੰਦਾ। ਇਹ ਸਿੱਖਿਆ ਜਿਹੜੀ ਕਿਉਂਕਿ ਕਦੀ ਪੂਰੀ ਨਹੀਂ ਹੁੰਦੀ ਸਿੱਖਿਆ, ਇਸ ਲਈ ਇਹਦੇ 'ਚ ਕੋਈ ਤੁਹਾਡਾ ਐਗਜ਼ਾਮ ਵੀ ਨਹੀਂ ਹੁੰਦਾ। ਇਹ ਸਿੱਖਿਆ ਤੁਸੀਂ ਕਿਸੇ ਵੀ ਟਾਈਮ ਪ੍ਰਾਪਤ ਕਰਦੇ ਰਹਿੰਦੇ ਹੋ। ਨੈਕਸਟ ਹੈ ਜੀ, ਗੈਰ ਰਸਮੀ ਸਿੱਖਿਆ ਲਈ ਕਿਸੇ ਵਿਸ਼ੇਸ਼ ਸਥਾਨ ਦੀ ਜ਼ਰੂਰਤ ਨਹੀਂ। ਗੈਰ ਰਸਮੀ ਸਿੱਖਿਆ ਕਿਸੇ ਵੀ ਸਥਾਨ 'ਤੇ ਇੱਕ ਵਿਅਕਤੀ ਦੁਆਰਾ ਦੂਸਰੇ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ। ਕਿਸੇ ਵਿਸ਼ੇਸ਼ ਸਥਾਨ 'ਤੇ ਵਿਅਕਤੀ ਨੂੰ ਜਾਣ ਦੀ ਲੋੜ ਨਹੀਂ ਹੁੰਦੀ। ਇਹ ਕਦੋਂ ਵੀ ਕਿਸੇ ਵੀ ਸਥਾਨ 'ਤੇ ਕਿਸੇ ਦੁਆਰਾ ਦਿੱਤੀ ਜਾ ਸਕਦੀ ਹੈ। ਗੈਰ ਰਸਮੀ ਸਿੱਖਿਆ ਦੇ ਲਈ ਕਿਸੇ ਵੀ ਸਥਾਨ ਦੀ ਜ਼ਰੂਰਤ ਨਹੀਂ ਹੈ। ਜਿਵੇਂ ਕਿ ਰਸਮੀ ਸਿੱਖਿਆ ਦੇ ਲਈ ਤਾਂ ਸਕੂਲਾਂ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਾਣਾ ਪੈਂਦਾ, ਪਰ ਗੈਰ ਰਸਮੀ ਸਿੱਖਿਆ ਦੇ ਵਿੱਚ ਅਜਿਹੇ ਕਿਸੇ ਵੀ ਸਥਾਨ 'ਤੇ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਵਿਅਕਤੀ ਇਸ ਸਿੱਖਿਆ ਨੂੰ ਕਿਸੇ ਵੀ ਸਥਾਨ 'ਤੇ ਉਹਨੂੰ ਜਿਹੜੀ ਅਚਨਚੇਤ ਹੀ ਪ੍ਰਾਪਤ ਹੋ ਜਾਂਦੀ ਹੈ। ਨੈਕਸਟ ਹੈ ਜੀ, ਗੈਰ ਰਸਮੀ ਸਿੱਖਿਆ ਦੀਆਂ ਨਿਸ਼ਚਿਤ ਵਿਧੀਆਂ ਨਹੀਂ ਹੁੰਦੀਆਂ। ਗੈਰ ਰਸਮੀ ਸਿੱਖਿਆ ਵਿੱਚ ਸਿੱਖਿਆ ਦੀਆਂ ਨਿਸ਼ਚਿਤ ਵਿਧੀਆਂ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ। ਇਸ ਨੂੰ ਅਨੁਭਵ ਅਤੇ ਦੂਸਰਿਆਂ ਨਾਲ ਅੰਤਰਕਿਰਿਆ ਦੇ ਦੁਆਰਾ ਸਿੱਖਿਆ ਜਾਂਦਾ ਹੈ। ਗੈਰ ਰਸਮੀ ਸਿੱਖਿਆ ਦੇ ਲਈ ਕੋਈ ਨਿਸ਼ਚਿਤ ਵਿਧੀਆਂ ਨਹੀਂ ਹੁੰਦੀਆਂ, ਪਰ ਜਿਹੜੀ ਰਸਮੀ ਸਿੱਖਿਆ ਹੁੰਦੀ ਉਹਦੇ ਵਿੱਚ ਤਾਂ ਟੀਚਰ ਦੁਆਰਾ ਅਲੱਗ-ਅਲੱਗ ਟੀਚਿੰਗ ਮੈਥਡ ਹੈ, ਉਹਨਾਂ ਨੂੰ ਅਪਣਾ ਕੇ ਜਿਹੜੀ ਬੱਚੇ ਨੂੰ, ਸਟੂਡੈਂਟਸ ਨੂੰ ਸਿੱਖਿਆ ਦਿੱਤੀ ਜਾਂਦੀ ਹੈ। ਪਰ ਗੈਰ ਰਸਮੀ ਸਿੱਖਿਆ ਦੇ ਵਿੱਚ ਕਿਸੇ ਵੀ ਨਿਸ਼ਚਿਤ ਜਿਹੜੀ ਹੈ ਵਿਧੀਆਂ ਦੀ ਜਾਂ ਟੀਚਿੰਗ ਮੈਥਡ ਦੀ ਜ਼ਰੂਰਤ ਨਹੀਂ ਹੁੰਦੀ। ਇਹ ਸਿੱਖਿਆ ਕਿਸੇ ਦੇ ਦੁਆਰਾ ਵੀ ਦਿੱਤੀ ਜਾ ਸਕਦੀ। ਉਹਨੇ ਕੋਈ ਜਿਹੜੀ ਕੋਚਿੰਗ ਨਹੀਂ ਲਈ ਹੁੰਦੀ, ਉਹਨੇ ਕੋਈ
ਉਹਨੇ ਕੋਈ ਟੀਚਰ ਜਾਂ ਬੀਐਡ ਨਹੀਂ ਜਾਂ ਕੋਈ ਕੋਰਸ ਨਹੀਂ ਕੀਤਾ ਹੁੰਦਾ, ਇਹ ਜਿਹੜੀ ਸੁਭਾਵਿਕ ਹੀ ਹੁੰਦੀ ਹੈ ਅਤੇ ਅਚਨਚੇਤ ਹੀ ਦੇ ਦਿੱਤੀ ਜਾਂਦੀ। ਹੋ ਸਕਦਾ ਇੱਕ ਦੋ ਬੱਚੇ ਆ ਉਹ ਵੀ ਖੇਡ ਰਹੇ ਨੇ ਆਪਸ ਦੇ ਵਿੱਚ, ਤਾਂ ਇੱਕ ਬੱਚੇ ਨੂੰ ਉਸ ਚੀਜ਼ ਦੇ ਬਾਰੇ ਦੇ ਵਿੱਚ ਜੇਕਰ ਉਹ ਫੁੱਟਬਾਲ ਨਾਲ ਖੇਡ ਰਹੇ ਤਾਂ ਹੋ ਸਕਦਾ ਇੱਕ ਬੱਚੇ ਨੂੰ ਉਹਦੇ ਫੁੱਟਬਾਲ ਦੇ ਬਾਰੇ ਦੇ ਵਿੱਚ ਨੌਲੇਜ ਹੋਵੇ, ਉਹਦੇ ਗਰਾਊਂਡ ਦੇ ਬਾਰੇ ਦੇ ਵਿੱਚ ਨੌਲੇਜ ਹੋਵੇ, ਤਾਂ ਇੱਕ ਬੱਚੇ ਨੂੰ ਨਾ ਪਤਾ ਹੋਵੇ ਉਸ ਦੇ ਬਾਰੇ ਦੇ ਵਿੱਚ। ਤਾਂ ਜਿਹੜਾ ਬੱਚਾ ਜਿਹਨੂੰ ਨੌਲੇਜ ਹੈ ਉਹ ਜੇਕਰ ਦੂਸਰੇ ਨੂੰ ਦੱਸਦਾ ਹੈ ਤਾਂ ਉਹ ਕੀ ਹੈ, ਉਹ ਵੀ ਗੈਰ ਰਸਮੀ ਸਿੱਖਿਆ ਹੈ। ਤਾਂ ਇਹਦੇ ਲਈ ਉਹ ਬੱਚੇ ਨੇ ਕੋਈ ਕੋਚਿੰਗ ਤਾਂ ਨਹੀਂ ਲਈ ਉਹਨੂੰ ਦੱਸਣ ਦੇ ਲਈ ਕਿ ਮੈਂ ਦੂਸਰੇ ਨੂੰ ਦੱਸਣਾ, ਉਹ ਅਚਨਚੇਤ ਹੀ ਉਹਨੂੰ ਦੱਸ ਦਿੱਤੀ। ਉਸ ਤੋਂ ਅੱਗੇ ਹੈ ਜੀ, ਗੈਰ ਰਸਮੀ ਸਿੱਖਿਆ ਦੇ ਬਾਰੇ ਵਿਅਕਤੀ ਜਾਗਰੂਕ ਨਹੀਂ ਹੁੰਦਾ। ਗੈਰ ਰਸਮੀ ਸਿੱਖਿਆ ਦੇਣ ਵਾਲਾ ਅਤੇ ਗੈਰ ਰਸਮੀ ਸਿੱਖਿਆ ਪ੍ਰਾਪਤ ਕਰਨ ਵਾਲਾ ਸਿੱਖਿਆ ਨੂੰ ਲੈ ਕੇ ਪਹਿਲਾਂ ਜਾਗਰੂਕ ਨਹੀਂ ਹੁੰਦਾ ਕਿ ਉਸਨੇ ਅੱਜ ਇਸ ਸਿੱਖਿਆ ਨੂੰ ਪ੍ਰਾਪਤ ਕਰਨਾ ਹੈ। ਇਹ ਸਿੱਖਿਆ ਅਚਨਚੇਤੀ ਇੱਕ ਵਿਅਕਤੀ ਪ੍ਰਾਪਤ ਕਰਦਾ ਹੈ ਅਤੇ ਦੂਸਰਾ ਵਿਅਕਤੀ ਅਚਨਚੇਤੀ ਸਿੱਖਿਆ ਦਿੰਦਾ ਹੈ। ਇਹਦੇ ਲਈ ਕੋਈ ਵੀ ਪਹਿਲਾਂ ਤੋਂ ਜਿਹੜਾ ਨਿਸ਼ਚਿਤ ਨਹੀਂ ਕੀਤਾ ਗਿਆ, ਪਹਿਲਾਂ ਤੋਂ ਹੀ ਇਹਦੇ ਲਈ ਕੋਈ ਪੈਟਰਨ ਨਹੀਂ ਬਣਾਇਆ ਜਾਂਦਾ ਕਿ ਅੱਜ ਜਿਹੜੀ ਸਿੱਖਿਆ ਜਿਹੜੀ ਦਿੱਤੀ ਜਾਣੀ ਹੈ। ਇਹ ਸਿੱਖਿਆ ਜਿਹੜੀ ਅਚਨਚੇਤ ਹੀ ਦਿੱਤੀ ਜਾਂਦੀ ਹੈ। ਜਿਵੇਂ ਕਿ ਮੈਂ ਤੁਹਾਨੂੰ ਬੱਚਿਆਂ ਦੀ ਐਗਜ਼ਾਮਪਲ ਦੇ ਰਹੀ ਸੀ ਕਿ ਦੋ ਬੱਚੇ ਜਿਹੜੇ ਖੇਡ ਰਹੇ ਗਰਾਊਂਡ ਦੇ ਵਿੱਚ ਉਹ ਫੁੱਟਬਾਲ ਵਾਲੀ, ਤਾਂ ਉਹ ਸੇਮ ਹੀ ਇਹਦੇ ਵਿੱਚ ਆ ਜਾਏਗੀ। ਨਾ ਹੀ ਸਿੱਖਿਆ ਜਿਹਨੇ ਦੱਸਿਆ ਉਹਨੂੰ, ਨਾ ਹੀ ਉਹ ਜਾਗਰੂਕ ਸੀ ਅੱਜ ਮੈਂ ਇਹਨੂੰ ਦੱਸਣਾ ਵਾ, ਠੀਕ ਹੈ, ਨਾ ਹੀ ਉਹਨੂੰ ਪਤਾ ਸੀ ਕਿ ਅੱਜ ਇਹਨੂੰ ਮੈਂ ਪ੍ਰਾਪਤ ਕਰਨਾ। ਉਹ ਅਚਨਚੇਤ ਹੀ ਸੁਭਾਵਿਕ ਰੂਪ ਦੇ ਵਿੱਚ ਹੀ ਉਹਨੂੰ ਦੱਸ ਦਿੱਤਾ ਫੁੱਟਬਾਲ ਦੇ ਗਰਾਊਂਡ ਦੇ ਨਿਯਮ ਜਾਂ ਫੁੱਟਬਾਲ ਖੇਡਣ ਦੇ ਨਿਯਮ। ਇਸ ਲਈ ਦੋਨੋਂ ਜਿਹੜੇ ਜਾਗਰੂਕ ਨਹੀਂ ਸੀਗੇ। ਨੈਕਸਟ ਹੈ ਅਤੇ ਲਾਸਟ ਹੈ ਜੀ, ਅਨੁਸ਼ਾਸਨ ਅਤੇ ਆਦੇਸ਼ ਦੀ ਗੈਰ ਰਸਮੀ ਸਿੱਖਿਆ ਵਿੱਚ ਜ਼ਰੂਰਤ ਨਹੀਂ। ਰਸਮੀ ਸਿੱਖਿਆ ਜੋ ਸਕੂਲਾਂ ਵਿੱਚ ਦਿੱਤੀ ਜਾਂਦੀ ਹੈ ਉੱਥੇ ਅਧਿਆਪਕ ਦੁਆਰਾ ਵਿਦਿਆਰਥੀ ਨੂੰ ਅਨੁਸ਼ਾਸਨ ਬਣਾ ਕੇ ਰੱਖਣ ਲਈ ਕਿਹਾ ਜਾਂਦਾ, ਫਿਰ ਸਿੱਖਿਆ ਦਿੱਤੀ ਜਾਂਦੀ। ਪਰ ਗੈਰ ਰਸਮੀ ਸਿੱਖਿਆ ਲਈ ਕਿਸੇ ਵੀ ਅਨੁਸ਼ਾਸਨ ਅਤੇ ਆਦੇਸ਼ ਦੀ ਲੋੜ ਨਹੀਂ ਹੁੰਦੀ। ਇਹ ਜਿਹੜੀ ਸਿੱਖਿਆ ਇਸ ਦੇ ਵਿੱਚ ਕਿਸੇ ਵੀ ਅਨੁਸ਼ਾਸਨ ਜਾਂ ਆਦੇਸ਼ ਦੀ ਜ਼ਰੂਰਤ ਨਹੀਂ ਹੁੰਦੀ ਕਿ ਪਹਿਲਾਂ ਅਨੁਸ਼ਾਸਨ ਬਣਾ ਕੇ ਰੱਖਿਆ ਜਾਵੇ ਉਸ ਤੋਂ ਬਾਅਦ ਹੀ ਜਿਹੜੇ ਟੌਪਿਕ ਆ ਉਹਨੂੰ ਸਟਾਰਟ ਕੀਤਾ ਜਾਵੇ, ਇੱਦਾਂ ਨਹੀਂ ਹੁੰਦਾ। ਸੇਮ ਇਹੀ ਬੱਚਿਆਂ ਦੀ ਗਰਾਊਂਡ ਵਾਲੀ ਜੋ ਐਗਜ਼ਾਮਪਲ ਹੈ, ਦੋ ਬੱਚੇ ਉਹ ਖੇਡ ਰਹੇ, ਉਹ ਖੇਡਦੇ ਹੀ ਉਹਨਾਂ ਨੂੰ ਨਿਯਮ ਦੱਸਦਾ ਜਾ ਰਿਹਾ, ਉਹਦੇ 'ਚ ਕੋਈ ਜਿਹੜਾ ਅਨੁਸ਼ਾਸਨ ਨਹੀਂ ਹੈ ਕਿ ਤੂੰ ਚੁੱਪ ਕਰਕੇ ਬੈਠ ਅਤੇ ਮੈਂ ਤੈਨੂੰ ਦੱਸਦਾ ਸਾਰਾ ਕੁਛ, ਤੈਨੂੰ ਨਿਯਮ ਦੱਸਦਾ। ਇੱਦਾਂ ਨਹੀਂ, ਉਹ ਬੱਚੇ ਗੱਲਾਂ ਕਰਦੇ ਹੋਏ ਉਹ ਇੱਕ ਦੂਜੇ ਨੂੰ ਜਿਹੜਾ ਦੱਸ ਰਹੇ, ਉਹ ਖੇਡਦੇ ਹੋਏ ਫੁੱਟਬਾਲ ਦੇ ਨਾਲ ਉਹ ਦੱਸ ਰਹੇ ਆ ਕਿ ਇੱਦਾਂ ਹੁੰਦਾ, ਇੱਦਾਂ ਨਹੀਂ, ਇੱਦਾਂ ਹੁੰਦਾ, ਇੱਦਾਂ ਰੂਲ ਹੁੰਦਾ ਹੈ। ਤਾਂ ਉਹ ਜਿਹੜੀ ਹੈ ਉਹਦੇ ਲਈ ਕੋਈ ਵੀ ਜਿਹੜਾ ਅਨੁਸ਼ਾਸਨ ਜਾਂ ਆਦੇਸ਼ ਦੀ ਜ਼ਰੂਰਤ ਨਹੀਂ ਹੁੰਦੀ ਕਿ ਹੁਣ ਮੈਂ ਤੈਨੂੰ ਦੱਸਣਾ ਹੈ ਨਿਯਮ ਅਤੇ ਤੂੰ ਹੁਣ ਚੁੱਪ ਕਰਕੇ ਬੈਠ ਅਤੇ ਮੈਨੂੰ ਸੁਣ, ਇੱਦਾਂ ਕੁਛ ਨਹੀਂ ਹੁੰਦਾ। ਇਹ ਅਚਨਚੇਤ ਹੁੰਦੀ ਹੈ, ਗੱਲਾਂ ਕਰਦੇ ਆਪਣੇ ਕੰਮ ਕਰਦੇ ਇਹਨੂੰ ਜਿਹੜਾ ਪ੍ਰਾਪਤ ਕੀਤਾ ਜਾਂਦਾ ਹੈ। ਉਸ ਤੋਂ ਅੱਗੇ ਲਾਸਟ ਦੇ ਫਾਈਨਲ ਥਾਟ ਹੈ ਜੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਗੈਰ ਰਸਮੀ ਸਿੱਖਿਆ ਅਚਨਚੇਤ, ਬਿਨਾਂ ਸੋਚੇ ਸਮਝੇ ਅਤੇ ਅਸਪਸ਼ਟ ਹੁੰਦੀ ਹੈ। ਇਹ ਅਚਨਚੇਤ ਹੁੰਦੀ ਹੈ, ਬਿਨਾਂ ਸੋਚੇ ਸਮਝੇ ਦਿੱਤੀ ਜਾਂਦੀ ਹੈ ਅਤੇ ਅਸਪਸ਼ਟ ਹੁੰਦੀ ਹੈ। ਇਸ ਸਿੱਖਿਆ ਲਈ ਕੋਈ ਵੀ ਸਮਾਂ ਨਿਰਧਾਰਤ ਨਹੀਂ ਹੁੰਦਾ। ਇੱਕ ਵਿਅਕਤੀ ਇਸ ਸਿੱਖਿਆ ਨੂੰ ਆਪਣਾ ਕੰਮ ਕਰਦੇ ਹੋਏ ਅਨੁਭਵ ਪ੍ਰਾਪਤ ਕਰਦਾ ਰਹਿੰਦਾ ਹੈ, ਆਪਣਾ ਕੰਮ ਕਰਦੇ ਹੋਏ ਪ੍ਰਾਪਤ ਕਰਦਾ ਰਹਿੰਦਾ ਹੈ। ਵਿਅਕਤੀ ਇਸ ਸਿੱਖਿਆ ਨੂੰ ਹਰ ਦਿਨ ਪ੍ਰਾਪਤ ਕਰਦਾ ਰਹਿੰਦਾ ਹੈ। ਇਹ ਸਿੱਖਿਆ ਵਿਅਕਤੀ ਕਿਸੇ ਵੀ ਥਾਂ 'ਤੇ ਪ੍ਰਾਪਤ ਕਰ ਸਕਦਾ ਹੈ। ਬਹੁਤ ਜਿਹੜਾ ਸੌਖਾ ਜਿਹੜਾ ਫਾਈਨਲ ਥਾਟ ਲਿਖਿਆ ਹੋਇਆ। ਇਸ ਤੋਂ ਬਾਅਦ ਇੱਕ ਇਹਦੇ ਵਿੱਚ ਮਿਸ ਹੋ ਗਿਆ ਜੋ ਡਾਇਗਰਾਮ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਐਗਜ਼ਾਮ ਦੇ ਵਿੱਚ ਤੁਸੀਂ ਆਨਸਰ ਦੇ ਵਿੱਚ ਜ਼ਰੂਰ ਲਿਖੋ, ਤਾਂ ਇੱਦਾਂ ਦੇ ਤੁਸੀਂ ਡਾਇਗਰਾਮ ਬਣਾ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਇਨਫੋਰਮਲ ਐਜੂਕੇਸ਼ਨ ਲਿਖ ਸਕਦੇ ਹੋ, ਗੈਰ ਰਸਮੀ ਸਿੱਖਿਆ। ਉਸ ਤੋਂ ਬਾਅਦ ਇਹ ਜਿੰਨੇ ਵੀ ਪੁਆਇੰਟ ਆਪਾਂ ਕੀਤੇ ਆ 10, ਤਾਂ ਇਹਨਾਂ ਪੁਆਇੰਟ ਨੂੰ ਤੁਸੀਂ ਸ਼ਾਰਟ ਦੇ ਵਿੱਚ ਸਾਈਡਸ 'ਤੇ ਲਿਖ ਦੇਣਾ ਹੈ ਕਿ ਅਸੀਂ ਇਹ ਵਾਲੇ ਜਿਹੜੇ ਪੁਆਇੰਟ ਹੈ ਇਹਨਾਂ ਨੂੰ ਡਿਟੇਲ ਦੇ ਵਿੱਚ ਲਿਖਿਆ ਹੈ। ਜਿਵੇਂ ਤੁਸੀਂ ਲਿਖ ਸਕਦੇ ਹੋ, ਵਿਸ਼ਾਲ ਖੇਤਰ, ਕੋਈ ਸਮਾਂ ਸੀਮਾ ਨਹੀਂ, ਦਾਖਲੇ ਦੀ ਜ਼ਰੂਰਤ ਨਹੀਂ, ਇਹ ਅਚਨਚੇਤ ਹੁੰਦੀ ਹੈ, ਅਨੇਕਾਂ ਏਜੰਸੀਆਂ, ਕੋਈ ਪ੍ਰੀਖਿਆ ਨਹੀਂ, ਵਿਸ਼ੇਸ਼ ਸਥਾਨ ਦੀ ਜ਼ਰੂਰਤ ਨਹੀਂ, ਵਿਅਕਤੀ ਜਾਗਰੂਕ ਨਹੀਂ, ਅਨੁਸ਼ਾਸਨ ਅਤੇ ਆਦੇਸ਼ ਦੀ ਜ਼ਰੂਰਤ ਨਹੀਂ, ਨਿਸ਼ਚਿਤ ਵਿਧੀਆਂ ਨਹੀਂ ਹੁੰਦੀਆਂ। ਇਹ ਵਾਲੀ ਜਿਹੜੀ ਡਾਇਗਰਾਮ ਹੈ ਇਹਨੂੰ ਤੁਸੀਂ ਐਗਜ਼ਾਮ ਦੇ ਵਿੱਚ ਬਣਾ ਸਕਦੇ ਹੋ ਕਿਉਂਕਿ ਡਾਇਗਰਾਮ ਬਣਾਉਣੀਆਂ ਬਹੁਤ ਜ਼ਰੂਰੀਆਂ ਹੁੰਦੀਆਂ ਨੇ ਬੀਐਡ ਦੇ ਪੇਪਰ ਦੇ ਵਿੱਚ। ਤਾਂ ਜਿਹੜਾ ਐਗਜ਼ਾਮੀਨਰ ਐਗਜ਼ਾਮ ਚੈੱਕ ਕਰਦਾ ਉਹ ਜ਼ਿਆਦਾ ਤਾਂ ਪੜ੍ਹਦਾ ਨਹੀਂ, ਸਿਰਫ ਇਹਨਾਂ ਡਾਇਗਰਾਮ ਉਹਨਾਂ ਨੂੰ ਪੜ੍ਹਦਾ ਹੈ, ਬਟ ਇੰਨਾ ਨਹੀਂ ਮਤਲਬ ਕਿ ਉਹ ਜੋ ਹਾਈਲਾਈਟ ਕੀਤੀਆਂ ਹੁੰਦੀਆਂ ਚੀਜ਼ਾਂ ਉਹਨਾਂ 'ਤੇ ਆਪਣਾ ਫੋਕਸ ਰੱਖਦਾ। ਉੱਥੋਂ ਦੇਖ ਕੇ ਐਗਜ਼ਾਮੀਨਰ ਚੈੱਕ ਕਰਨ ਵਾਲਾ ਜੋ ਹੁੰਦਾ ਉਹਨੂੰ ਪਤਾ ਚੱਲ ਜਾਂਦਾ ਕਿ ਬੱਚੇ ਨੇ ਪੇਪਰ ਕਿੱਦਾਂ ਦਾ ਲਿਖਿਆ
ਉਹਨੂੰ ਕਿਹੜੀਆਂ ਗੱਲਾਂ ਦੀ ਜਿਹੜੀ ਨੌਲੇਜ ਹੈਗੀ ਆ। ਤਾਂ ਇੱਦਾਂ ਤੁਸੀਂ ਇੱਕ ਡਾਇਗਰਾਮ ਬਣਾ ਸਕਦੇ ਹੋ। ਅਤੇ ਇਹਦੇ ਨਾਲ ਹੀ ਆਪਣਾ ਇਹ ਵਾਲਾ ਜਿਹੜਾ ਸੀਗਾ ਰਸਮੀ ਸਿੱਖਿਆ ਗੈਰ ਰਸਮੀ ਸਿੱਖਿਆ ਇਹ ਜਿਹੜੇ ਨੋਟਸ ਆ ਇਹ ਕੰਪਲੀਟ ਹੋ ਗਏ। ਕੋਸ਼ਿਸ਼ ਕਰਾਂਗੇ ਕਿ ਹੁਣ ਜਲਦ ਤੋਂ ਜਲਦ ਜਿਹੜੀਆਂ ਵੀਡੀਓ ਨੇ ਉਹਨਾਂ ਨੂੰ ਜਿਹੜਾ ਅਪਲੋਡ ਕਰ ਦੇਣਾ। ਥੋੜ੍ਹੀ ਜਿਹੀ ਟਾਈਮ ਦੀ ਸ਼ਾਰਟੇਜ ਹੈ ਤਾਂ ਵੀਡੀਓ ਅਪਲੋਡ ਨਹੀਂ ਹੋ ਪਾ ਰਹੀਆਂ, ਤਾਂ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਅਪਲੋਡ ਕਰਨ ਦੀ। ਜੇ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਧੰਨਵਾਦ ਜੀ।